नौवीं जमात ਦੇ ਪਿਆਰੇ ਵਿਦਿਆਰਥੀਆਂ ਨੂੰ ਮੇਰੇ ਵੱਲੋਂ ਸਤਿ ਸ਼੍ਰੀ ਅਕਾਲ। ਅੱਜ ਅਸੀਂ ਪੜ੍ਹਾਓ ਪੰਜਾਬ ਮੈਥ ਟੀਮ ਦੁਆਰਾ ਬਣਾਈ ਗਈ ਅਸਾਈਨਮੈਂਟ ਨੰਬਰ 163 ਨੂੰ ਸਮਝਾਂਗੇ। ਇਹ ਤੁਹਾਡੀ ਬੁੱਕ ਦੇ ਅਧਿਆਇ ਨੰਬਰ 13 ਉੱਪਰ ਬੇਸਡ ਅਸਾਈਨਮੈਂਟ ਹੈ। ਇਸ ਵਿੱਚ ਅਸੀਂ ਐਕਸਰਸਾਈਜ਼ 13.1 ਦੇ ਕੁਝ ਸਵਾਲਾਂ ਨੂੰ ਡਿਸਕਸ ਕੀਤਾ ਗਿਆ ਹੈ। ਇਸ ਚੈਪਟਰ ਦਾ ਨਾਮ ਹੈ ਸਤਹੀ ਖੇਤਰਫਲ ਅਤੇ ਆਇਤਨ। ਇਸ ਬਾਰੇ ਵੀ ਅਸੀਂ ਅੱਗੇ ਚਰਚਾ ਕਰਾਂਗੇ। ਸਭ ਤੋਂ ਪਹਿਲੇ ਅਸੀਂ ਪਿਛਲੀ ਕਲਾਸ ਵਿੱਚ ਕੁਝ ਚੀਜ਼ਾਂ ਜੋ ਪੜ੍ਹੀਆਂ ਹਨ ਉਹਨਾਂ ਨੂੰ ਦੁਹਰਾ ਲਈਏ। ਪਿਛਲੀ ਕਲਾਸਿਸ ਵਿੱਚ ਅਸੀਂ 2D ਸ਼ੇਪਸ ਬਾਰੇ ਪੜ੍ਹ ਚੁੱਕੇ ਹਾਂ। ਉਹ ਸ਼ੇਪਸ ਜਿਨ੍ਹਾਂ ਦੀ ਕੋਈ ਲੰਬਾਈ ਅਤੇ ਕੋਈ ਚੌੜਾਈ ਹੁੰਦੀ ਹੈ ਉਹਨਾਂ ਨੂੰ 2D ਸ਼ੇਪਸ ਕਿਹਾ ਜਾਂਦਾ ਹੈ, ਜਿਵੇਂ ਕਿ ਟਰਾਇੰਗਲ, ਰੈਕਟੈਂਗਲ, ਸਰਕਲ, ਸਕੁਅਰ, ਪੈਂਟਾਗਨ, ਓਵਲ, ਟ੍ਰਪੀਜ਼ੀਅਮ, ਡਾਇਮੰਡ, ਰੋਮਬਸ, ਹੈਕਸਾਗਨ, ਔਕਟਾਗਨ, ਪੈਰਾਗੋਨ। ਇਹ ਸਾਰੀਆਂ ਸਾਡੇ ਕੋਲ 2D ਸ਼ੇਪਸ ਹਨ। ਇਸ ਤੋਂ ਇਲਾਵਾ ਅਸੀਂ 3D ਸ਼ੇਪਸ ਬਾਰੇ ਵੀ ਪੜ੍ਹ ਚੁੱਕੇ ਹਾਂ। ਉਹ ਸ਼ੇਪਸ ਜਿਨ੍ਹਾਂ ਦੀ ਲੰਬਾਈ ਚੌੜਾਈ ਦੇ ਹੋਣ ਦੇ ਨਾਲ ਉਚਾਈ ਵੀ ਹੁੰਦੀ ਹੈ ਉਹਨਾਂ ਨੂੰ ਅਸੀਂ 3D ਸ਼ੇਪਸ ਕਹਿੰਦੇ ਹਾਂ, ਜਿਵੇਂ ਕਿ ਕਿਊਬ, ਕਿਊਬੋਇਡ, ਸਫੀਅਰ, ਹੈਮੀਸਫੀਅਰ, ਕੋਨ, ਸਿਲੰਡਰ, ਪਿਰਾਮਿਡ, ਪ੍ਰਿਜ਼ਮ। ਇਹ ਸਾਰੀਆਂ ਸਾਡੇ ਕੋਲ 3D ਸ਼ੇਪਸ ਹਨ। ਚਲੋ ਅਸੀਂ ਹੁਣ ਆਪਣੇ ਚੈਪਟਰ ਦੇ ਨਾਮ 'ਤੇ ਆ ਜਾਂਦੇ ਹਾਂ। ਅਸੀਂ ਸਰਫੇਸ ਏਰੀਆ ਅਤੇ ਵੋਲੀਅਮ ਦਾ ਡਿਫਰੈਂਸ, ਯਾਨੀ ਕਿ ਸਤਹੀ ਖੇਤਰਫਲ ਅਤੇ ਆਇਤਨ ਦਾ ਡਿਫਰੈਂਸ ਸਮਝਣ ਲਈ ਇੱਕ ਉਦਾਹਰਨ ਲੈ ਲੈਂਦੇ ਹਾਂ। ਮੰਨ ਲਓ ਇੱਕ ਬੰਦਾ ਆਪਣੇ ਪਿੰਡ ਤੋਂ ਆ ਕੇ ਸ਼ਹਿਰ ਵਿੱਚ ਕੰਮ ਕਰਨ ਲੱਗ ਪੈਂਦਾ ਹੈ ਅਤੇ ਕੰਮ ਕਰਨ ਤੋਂ ਬਾਅਦ ਉਹ ਇੱਥੇ ਆ ਕੇ ਇੱਕ ਜ਼ਮੀਨ ਦਾ ਟੁਕੜਾ ਯਾਨੀ ਕਿ ਪਲੋਟ ਖਰੀਦ ਲੈਂਦਾ ਹੈ। ਇਹ ਪਲੋਟ ਰੈਕਟੈਂਗਲ ਸ਼ੇਪ ਦਾ ਹੈ। ਰੈਕਟੈਂਗਲ ਸਾਡੇ ਕੋਲ ਇੱਕ 2D ਸ਼ੇਪ ਹੁੰਦੀ ਹੈ। ਇਸ ਪਲੋਟ ਨੇ ਕੋਈ ਨਾ ਕੋਈ ਥਾਂ ਘੇਰੀ ਹੋਈ ਹੈ, ਇਸ ਲਈ ਇਸ ਦਾ ਕੋਈ ਨਾ ਕੋਈ ਏਰੀਆ ਯਾਨੀ ਕਿ ਕੋਈ ਨਾ ਕੋਈ ਖੇਤਰਫਲ ਹੋਏਗਾ। ਹੁਣ ਉਹ ਬੰਦਾ ਇਸ ਉੱਪਰ ਘਰ ਬਣਾ ਲੈਂਦਾ ਹੈ। ਘਰ ਬਣਾਉਣ ਲਈ ਉਹ ਪਹਿਲੇ ਇਸ ਦੀ ਨੀਂਹ ਰੱਖਦਾ ਹੈ, ਫਿਰ ਇਸ ਦੀਆਂ 4 ਦੀਵਾਰਾਂ ਖੜੀਆਂ ਕਰਦਾ ਹੈ, ਫਿਰ ਉਸ ਦੇ ਉੱਪਰ ਛੱਤ ਪਵਾਉਂਦਾ ਹੈ। ਯਾਨੀ ਕਿ ਇਹ ਘਰ ਸਾਡੇ ਕੋਲ 6 ਫਲਕਾਂ ਦਾ ਬਣਿਆ ਹੋਇਆ ਹੈ, ਇੱਕ ਜ਼ਮੀਨ, ਇੱਕ ਛੱਤ ਅਤੇ 4 ਦੀਵਾਰੀ ਦਾ। ਸੋ ਇਹ 6 ਫਲਕਾਂ ਦੇ ਬਣੇ ਘਰ ਦੀ ਸ਼ੇਪ ਹੁਣ 3D ਸ਼ੇਪ ਹੋ ਚੁੱਕੀ ਹੈ। ਹੁਣ ਇਹ 6 ਫਲਕਾਂ ਦਾ ਜੋ ਵੱਖਰਾ ਸਾਡੇ ਕੋਲ ਖੇਤਰਫਲ ਹੋਏਗਾ ਅਤੇ ਉਹਨਾਂ ਦਾ ਜਦੋਂ ਅਸੀਂ ਜੋੜ ਕਰਾਂਗੇ ਉਹ ਸਾਡੇ ਕੋਲ ਇਸ ਘਰ ਦਾ ਸਤਹੀ ਖੇਤਰਫਲ ਯਾਨੀ ਕਿ ਸਰਫੇਸ ਏਰੀਆ ਹੋਏਗਾ। ਸਤਹੀ ਖੇਤਰਫਲ ਦਾ ਮਤਲਬ ਹੈ ਕਿ ਇਸ ਦੀਆਂ ਜਿੰਨੀਆਂ ਵੀ ਵੱਖਰੀਆਂ ਸਤਹਾਂ ਹੈਗੀਆਂ ਹਨ ਉਹਨਾਂ ਦਾ ਜੋ ਖੇਤਰਫਲ ਹੋਏਗਾ ਉਹਦਾ ਜੋੜ ਕਰਨ 'ਤੇ ਜੋ ਸਾਡੇ ਕੋਲ ਹਾਸਿਲ ਹੁੰਦਾ ਹੈ ਉਹ ਉਸ ਦਾ ਸਤਹੀ ਖੇਤਰਫਲ ਹੋਏਗਾ, ਯਾਨੀ ਕਿ ਸਰਫੇਸ ਏਰੀਆ ਹੋਏਗਾ। ਹੁਣ ਉਹ ਬੰਦਾ ਚਾਹੁੰਦਾ ਹੈ ਕਿ ਇਹ ਸਿੰਗਲ ਸਟੋਰੀ ਦੇ ਘਰ ਵਿੱਚ ਉਸਦੇ ਪਿੰਡ ਵਾਲੀ ਫੈਮਿਲੀ ਆ ਕੇ ਇੱਥੇ ਨਹੀਂ ਰਹਿ ਸਕਦੀ, ਤਾਂ ਉਹ ਕੀ ਕਰਦਾ ਹੈ ਕਿ ਆਪਣੀ ਪਿੰਡ ਵਾਲੀ ਫੈਮਿਲੀ ਨੂੰ ਇੱਥੇ ਆਪਣੇ ਘਰ ਵਿੱਚ ਰੱਖਣਾ ਚਾਹੁੰਦਾ ਹੈ। ਉਹਦੇ ਲਈ ਉਹ ਆਪਣੇ ਘਰ ਨੂੰ ਮਲਟੀ ਸਟੋਰੀ ਘਰ 'ਚ ਕਨਵਰਟ ਕਰ ਦਿੰਦਾ ਹੈ। ਉਹ ਉਸ ਦੇ ਉੱਪਰ ਹੀ ਇਹ ਹੋਰ ਪੋਰਸ਼ਨ ਤਿਆਰ ਕਰ ਲੈਂਦਾ ਹੈ। ਹੁਣ ਇਹ ਪੋਰਸ਼ਨ ਤਿਆਰ ਕਰਨ ਦਾ ਕੀ ਫਾਇਦਾ ਹੋਇਆ ਉਸ ਕੋਲੋਂ ਕਿ ਉਸਦੇ ਘਰ ਵਿੱਚ ਬੰਦਿਆਂ ਦੇ ਰਹਿਣ ਦੀ ਜਿਹੜੀ ਸਮਰੱਥਾ ਹੈ ਉਹ ਵੱਧ ਗਈ ਹੈ, ਯਾਨੀ ਕਿ ਉਸਦੇ ਘਰ ਦੀ ਕਪੈਸਿਟੀ ਵੱਧ ਗਈ ਹੈ। ਉਸ ਕਪੈਸਿਟੀ ਨੂੰ ਅਸੀਂ ਅੰਗਰੇਜ਼ੀ ਵਿੱਚ ਵੋਲੀਅਮ ਅਤੇ ਪੰਜਾਬੀ ਵਿੱਚ ਆਇਤਨ ਕਹਿੰਦੇ ਹਾਂ। ਇਸ ਗੱਲ ਵੱਲ ਧਿਆਨ ਦਿੱਤਾ ਜਾਏ ਕਿ ਉਸ ਕੋਲ ਪਲੋਟ ਜਿਹੜਾ ਸੀ ਉਹ ਉਹੀ ਸੀ, ਯਾਨੀ ਕਿ ਉਸ ਪਲੋਟ ਦਾ ਜਿਹੜਾ ਏਰੀਆ ਸੀ ਉਹ ਸੇਮ ਰਿਹਾ। ਸਾਡੇ ਕੋਲ ਪਲੋਟ ਓਨਾ ਹੀ ਹੈ। ਉਹਨੇ ਕੀ ਕੀਤਾ, ਆਪਣੇ ਘਰ ਦੀ ਸਪੇਸ ਨੂੰ ਵਧਾਇਆ, ਉਹਦੀ ਹਾਈਟ ਨੂੰ, ਯਾਨੀ ਕਿ ਉਹਨੂੰ ਉੱਚਾ ਚੁੱਕ ਕੇ, ਯਾਨੀ ਕਿ ਉਸਨੇ ਆਪਣੇ ਘਰ ਦੇ ਵੋਲੀਅਮ ਨੂੰ ਵਧਾ ਦਿੱਤਾ ਹੈ, ਉਸਦੀ ਹਾਈਟ ਨੂੰ ਉੱਚਾ ਚੁੱਕ ਕੇ। ਚਲੋ ਇੱਕ ਹੋਰ ਐਗਜ਼ਾਮਪਲ ਲੈ ਲੈਂਦੇ ਹਾਂ ਆਪਣੀ ਆਮ ਜ਼ਿੰਦਗੀ ਵਿੱਚੋਂ। ਜਿਵੇਂ ਮੰਨ ਲਓ ਸਾਡੇ ਕੋਲ ਇੱਕ ਕੋਨ ਹੈ। ਇਸ ਕੋਨ ਦਾ ਜਿਹੜਾ ਔਰੇਂਜ ਕਲਰ ਹੈ ਇਹ ਇਸ ਦੀ ਸਤਹ ਨੂੰ ਦਰਸਾਉਂਦਾ ਹੈ। ਹੁਣ ਇਸ ਕੋਨ ਨੂੰ ਬਣਾਉਣ ਵਿੱਚ ਕਿੰਨੇ ਔਰੇਂਜ ਕਲਰ ਦੇ ਮਟੀਰੀਅਲ ਦੀ ਵਰਤੋਂ ਕੀਤੀ ਗਈ ਹੈ, ਅਗਰ ਅਸੀਂ ਉਸ ਨੂੰ ਪਤਾ ਕਰਨਾ ਚਾਹੁੰਦੇ ਹਾਂ ਤਾਂ ਸਾਨੂੰ ਇਸ ਦੀ ਸਤਹ ਦਾ ਖੇਤਰਫਲ ਯਾਨੀ ਕਿ ਸਰਫੇਸ ਏਰੀਆ ਪਤਾ ਹੋਣਾ ਚਾਹੀਦਾ ਹੈ। ਜੇਕਰ ਅਸੀਂ ਪਤਾ ਕਰਨਾ ਚਾਹੁੰਦੇ ਹਾਂ ਕਿ ਇਸ ਕੋਨ ਵਿੱਚ ਕਿੰਨੀ ਆਈਸਕ੍ਰੀਮ ਫਿਲ ਕੀਤੀ ਜਾ ਸਕਦੀ ਹੈ, ਕਿੰਨੀ ਆਈਸਕ੍ਰੀਮ ਭਰੀ ਜਾ ਸਕਦੀ ਹੈ, ਤਾਂ ਸਾਨੂੰ ਉਸ ਦੇ ਲਈ ਇਸ ਦਾ ਵੋਲੀਅਮ, ਕਿਉਂਕਿ ਸਾਨੂੰ ਪਤਾ ਹੋਣਾ ਚਾਹੀਦਾ ਕਿ ਇਸ ਕੋਨ ਵਿੱਚ ਕਿੰਨੀ ਕਪੈਸਿਟੀ ਹੈ ਆਈਸਕ੍ਰੀਮ ਸਟੋਰ ਕਰਨ ਦੀ, ਅਤੇ ਇਸ ਲਈ ਸਾਨੂੰ ਉਸ ਦਾ ਵੋਲੀਅਮ ਪਤਾ ਹੋਣਾ ਚਾਹੀਦਾ ਹੈ। ਫਿਰ ਦੁਹਰਾ ਦਾਂ, ਅਗਰ ਅਸੀਂ ਪਤਾ ਕਰਨਾ ਚਾਹੁੰਦੇ ਹਾਂ ਕਿ ਇਸ ਕੋਨ ਨੂੰ ਬਣਾਉਣ ਲਈ ਕਿੰਨੇ ਮਟੀਰੀਅਲ ਦੀ ਵਰਤੋਂ ਕੀਤੀ ਗਈ ਹੈ ਤਾਂ ਅਸੀਂ ਇਸ ਦਾ ਸਰਫੇਸ ਏਰੀਆ ਪਤਾ ਕਰਾਂਗੇ। ਜੇਕਰ ਅਸੀਂ ਪਤਾ ਕਰਨਾ ਚਾਹੁੰਦੇ ਹਾਂ ਕਿ ਇਸ ਕੋਨ ਵਿੱਚ ਕਿੰਨੀ ਆਈਸਕ੍ਰੀਮ ਫਿਲ ਕੀਤੀ ਜਾ ਸਕਦੀ ਹੈ, ਇਸ ਦੀ ਕਪੈਸਿਟੀ ਕਿੰਨੀ ਹੈ, ਤਾਂ ਉਸ ਦਾ ਅਸੀਂ ਵੋਲੀਅਮ ਪਤਾ ਕਰਾਂਗੇ।
ਇੱਕ ਹੋਰ ਐਗਜ਼ਾਮਪਲ ਲੈ ਲਈਏ ਵੋਲੀਅਮ ਨੂੰ ਸਮਝਣ ਲਈ। ਮੰਨ ਲਓ ਸਾਡੇ ਕੋਲ ਅਸੀਂ ਬਾਜ਼ਾਰ ਜਾਂਦੇ ਹਾਂ ਅਤੇ ਸਾਨੂੰ ਦੁਕਾਨਦਾਰ ਦੋ ਤਰ੍ਹਾਂ ਦੇ ਤੇਲ ਦਿਖਾਉਂਦਾ ਹੈ ਅਤੇ ਦੋਵਾਂ ਦਾ ਪ੍ਰਾਈਸ ਜਿਹੜਾ ਵਾ ਸੇਮ ਹੈ। ਸਾਡੀ ਬੁੱਧੀਮਾਨੀ ਇਸ ਦੇ ਵਿੱਚ ਹੋਏਗੀ ਕਿ ਅਸੀਂ ਉਸ ਤੇਲ ਨੂੰ ਚੁਣੀਏ ਜਿਸ ਦੀ ਡੱਬੀ ਵਿੱਚ ਜ਼ਿਆਦਾ ਤੇਲ ਹੋਏਗਾ, ਯਾਨੀ ਕਿ ਜਿਸ ਦਾ ਵੋਲੀਅਮ ਜ਼ਿਆਦਾ ਹੋਏਗਾ ਅਸੀਂ ਉਹ ਵਾਲਾ ਤੇਲ ਚੁਣਾਂਗੇ। ਜਿਸ ਤੇਲ ਦੀ ਡੱਬੀ ਦੀ ਤੇਲ ਸਟੋਰ ਕਰਨ ਦੀ ਕਪੈਸਿਟੀ ਜ਼ਿਆਦਾ ਹੋਏਗੀ ਅਸੀਂ ਉਹ ਚੂਜ਼ ਕਰਾਂਗੇ ਕਿਉਂਕਿ ਉਸ ਦਾ ਵੋਲੀਅਮ ਜ਼ਿਆਦਾ ਹੋਏਗਾ। ਇਸ ਤੋਂ ਬਾਅਦ ਅਸੀਂ ਆਪਣੀ ਅਸਾਈਨਮੈਂਟ 'ਤੇ ਆ ਜਾਈਏ। ਆਪਣੀ ਅੱਜ ਦੀ ਅਸਾਈਨਮੈਂਟ ਵਿੱਚ ਅਸੀਂ ਘਨ ਅਤੇ ਘਨਾਵ ਦੇ ਖੇਤਰਫਲ ਬਾਰੇ ਪੜ੍ਹਨਾ ਹੈ। ਹੁਣ ਜਿਹੜੇ ਖੇਤਰਫਲ ਹੈ ਸਤਹੀ ਖੇਤਰਫਲ ਹੈਗੇ ਉਹ ਵੀ ਦੋ ਤਰ੍ਹਾਂ ਦੇ। ਇੱਕ ਹੈਗਾ ਸਾਡੇ ਕੋਲ ਕੁੱਲ ਸਤ੍ਹਾ ਦਾ ਖੇਤਰਫਲ, ਇੱਕ ਸਾਡੇ ਕੋਲ ਹੈਗਾ ਪਾਸਵੀਂ ਸਤ੍ਹਾ ਦਾ ਖੇਤਰਫਲ। ਇਸ ਦਾ ਡਿਫਰੈਂਸ ਇਹੀ ਹੈ ਦੋਵਾਂ ਵਿੱਚ ਕਿ ਕੁੱਲ ਸਤ੍ਹਾ ਦੇ ਖੇਤਰਫਲ ਦੇ ਵਿੱਚ ਅਸੀਂ ਸਾਰੇ ਦੇ ਸਾਰੇ ਫਲਕਾਂ ਦਾ ਖੇਤਰਫਲ ਲੈਂਦੇ ਹਾਂ, ਪਰ ਜਿਹੜਾ ਸਾਡੇ ਕੋਲ ਪਾਸਵੀਂ ਸਤ੍ਹਾ ਦਾ ਖੇਤਰਫਲ ਹੁੰਦਾ ਹੈ ਉਸ ਵਿੱਚ ਅਸੀਂ ਜਿਹੜਾ ਟੌਪ ਅਤੇ ਬੋਟਮ ਵਾਲਾ ਫਲਕ ਹੁੰਦਾ ਹੈ, ਯਾਨੀ ਕਿ ਉੱਪਰਲੀ ਸਤ੍ਹਾ ਅਤੇ ਜਿਹੜੀ ਹੇਠਲੀ ਸਤ੍ਹਾ ਹੁੰਦੀ ਆ ਉਸ ਦਾ ਖੇਤਰਫਲ ਅਸੀਂ ਕਾਊਂਟ ਨਹੀਂ ਕਰਦੇ ਹਾਂ। ਮੇਨ ਡਿਫਰੈਂਸ ਕੁੱਲ ਸਤ੍ਹਾ ਅਤੇ ਪਾਸਵੀਂ ਸਤ੍ਹਾ ਦੇ ਖੇਤਰਫਲ ਵਿੱਚ ਸਾਡੇ ਕੋਲ ਇਹੀ ਹੈ ਕਿ ਜਿਹੜਾ ਕੁੱਲ ਸਤ੍ਹਾ ਦਾ ਖੇਤਰਫਲ ਹੁੰਦਾ ਹੈ ਉਹਦੇ ਵਿੱਚ ਸਾਰੇ ਦੇ ਸਾਰੇ ਇਹ ਫਲਕਾਂ ਦਾ ਖੇਤਰਫਲ ਲਿਆ ਜਾਂਦਾ ਹੈ, ਜਦਕਿ ਜਿਹੜਾ ਸਾਡੇ ਕੋਲ ਪਾਸਵੀਂ ਸਤ੍ਹਾ ਦਾ ਖੇਤਰਫਲ ਹੁੰਦਾ ਹੈ ਉਸ ਵਿੱਚ ਅਸੀਂ ਟੌਪ ਅਤੇ ਬੋਟਮ ਦਾ ਖੇਤਰਫਲ ਕਾਊਂਟ ਨਹੀਂ ਕਰਦੇ ਹਾਂ, ਉਹਨੂੰ ਐਕਸਕਲੂਡ ਕਰ ਦਿੰਦੇ ਹਾਂ। ਇਹਦੇ ਵਿੱਚ ਇਸ ਅਸਾਈਨਮੈਂਟ ਵਿੱਚ ਅਸੀਂ ਸਿਰਫ ਘਨ ਅਤੇ ਘਨਾਵ ਦੀ ਕੁੱਲ ਪਾਸਵੀਂ ਸਤ੍ਹਾ ਦਾ ਹੀ ਖੇਤਰਫਲ ਪੜ੍ਹਨਾ ਹੈ। ਸਭ ਤੋਂ ਪਹਿਲੇ ਅਸੀਂ ਘਨ ਦੇ ਬਾਰੇ ਪੜ੍ਹਦੇ ਹਾਂ। ਘਨ ਕੀ ਹੈ? ਘਨ ਜਿਹਨੂੰ ਕਿ ਅਸੀਂ ਇੰਗਲਿਸ਼ ਵਿੱਚ ਕਿਊਬ ਕਹਿੰਦੇ ਹਾਂ। ਕਿਊਬ ਹੁੰਦਾ ਕੀ ਹੈ ਕਿ ਅਸੀਂ ਅਗਰ 6 ਸਕੇਅਰਸ ਲੈ ਲਈਏ ਜਿਨ੍ਹਾਂ ਨੂੰ ਅਸੀਂ ਜਿਹੜੀ ਕਿ 2D ਸ਼ੇਪ ਹੈਗੀ ਹੈ ਉਸਨੂੰ ਇਸ ਤਰ੍ਹਾਂ ਰੱਖ ਲਈ, ਜਿਵੇਂ ਤੁਹਾਨੂੰ ਡਾਇਗਰਾਮ ਸਾਹਮਣੇ ਸ਼ੋ ਹੋ ਰਹੀ ਹੈ, ਉਹਨਾਂ ਨੂੰ ਇਸ ਤਰ੍ਹਾਂ ਜੋੜ ਲਈਏ ਅਤੇ ਉਸ ਡੱਬੇ ਨੂੰ ਇਸ ਤਰ੍ਹਾਂ ਬੰਦ ਕਰ ਦਈਏ ਅਤੇ ਸਾਡੇ ਕੋਲ ਜਿਹੜੀ ਨਵੀਂ ਸ਼ੇਪ ਆ ਜਾਂਦੀ ਹੈ ਉਹ ਸਾਡੇ ਕੋਲ ਘਨ ਹੁੰਦੀ ਹੈ। ਧਿਆਨ ਨਾਲ ਦੇਖੋ, ਸਾਡੇ ਕੋਲ ਕੀ ਸੀ? 6 ਸਕੇਅਰ ਸੀ ਜੋ ਕਿ ਇੱਕ 2D ਸ਼ੇਪ ਸੀ। ਉਹਨਾਂ ਨੂੰ ਅਸੀਂ ਹਰ ਪਾਸਿਓਂ ਬੰਦ ਕਰ ਦਿੱਤਾ ਅਤੇ ਸਾਡੇ ਕੋਲ ਇੱਕ ਨਵੀਂ ਸ਼ੇਪ ਜਿਹੜੀ ਆ ਗਈ ਉਹ ਸਾਡੇ ਕੋਲ 3D ਸ਼ੇਪ ਕਿਊਬ ਹੋ ਗਈ। ਇਸੇ ਤਰ੍ਹਾਂ ਜੇਕਰ ਅਸੀਂ ਇਹਦੇ ਵਿੱਚ 6 ਸਕੇਅਰਸ ਦੀ ਬਜਾਏ 6 ਰੈਕਟੈਂਗਲਸ ਜੋੜ ਲੈਂਦੇ ਹਾਂ, 6 ਆਇਤ ਲੈ ਲੈਂਦੇ ਹਾਂ ਅਤੇ ਫਿਰ ਉਹਨਾਂ ਨੂੰ ਬੰਦ ਕਰਦੇ ਹਾਂ ਅਤੇ ਫਿਰ ਸਾਡੇ ਕੋਲ ਜਿਹੜੀ ਸ਼ੇਪ ਤਿਆਰ ਹੋਏਗੀ ਉਸਨੂੰ ਅਸੀਂ ਕਿਊਬੋਇਡ ਕਹਾਂਗੇ। 6 ਅਗਰ ਸਕੇਅਰਸ ਲੈ ਰਹੇ ਹਾਂ ਅਤੇ ਸਾਡੇ ਕੋਲ ਕਿਊਬ ਬਣੇਗਾ ਅਤੇ 6 ਰੈਕਟੈਂਗਲਸ ਲੈ ਰਹੇ ਹਾਂ ਅਤੇ ਸਾਡੇ ਕੋਲ ਕਿਊਬੋਇਡ ਬਣੇਗਾ। ਸੋ ਇਸ ਤਰ੍ਹਾਂ ਪਿਆਰੇ ਵਿਦਿਆਰਥੀਓ, ਸਾਡੇ ਕੋਲ ਜੇਕਰ 6 ਰੈਕਟੈਂਗਲਸ ਦੀ ਨੈਟ ਹੋਵੇ ਉਸਨੂੰ ਜੋੜਿਆ ਜਾਏ ਅਤੇ ਫਿਰ ਉਸ ਨਾਲ ਸਾਡੇ ਕੋਲ ਘਨਾਵ ਹਾਸਿਲ ਹੁੰਦਾ ਹੈ ਅਤੇ 6 ਸਕੇਅਰਸ ਦੀ ਨੈਟ ਨਾਲ ਸਾਡੇ ਕੋਲ ਘਨ ਹਾਸਿਲ ਹੁੰਦਾ ਹੈ। ਘਨ ਅਤੇ ਘਨਾਵ ਵਿੱਚ ਮੇਨ ਡਿਫਰੈਂਸ ਇਹੀ ਹੈ ਕਿ ਘਨ ਵਿੱਚ ਸਾਡੇ ਕੋਲ ਲੰਬਾਈ, ਚੌੜਾਈ ਅਤੇ ਉਚਾਈ ਆਪਸ 'ਚ ਬਰਾਬਰ ਮਾਪਦੇ ਹੁੰਦੇ ਹਨ, ਜਦਕਿ ਘਨਾਵ ਵਿੱਚ ਸਾਡੇ ਕੋਲ ਲੰਬਾਈ, ਚੌੜਾਈ ਅਤੇ ਉਚਾਈ ਵੱਖੋ ਵੱਖਰੇ ਹੁੰਦੇ ਹਨ। ਯਾਨੀ ਕਿ ਅਸੀਂ ਕਹਿ ਸਕਦੇ ਹਾਂ ਕਿ ਘਨ ਸਾਡੇ ਕੋਲ ਅਜਿਹਾ ਘਨਾਵ ਹੈ ਜਿਸ ਵਿੱਚ ਲੰਬਾਈ, ਚੌੜਾਈ ਅਤੇ ਉਚਾਈ ਆਪਸ ਵਿੱਚ ਬਰਾਬਰ ਹੁੰਦੇ ਹਨ। ਇਹਨਾਂ ਦੀ ਸਾਡੇ ਕੋਲ ਡੇਲੀ ਲਾਈਫ 'ਚ ਵੀ ਬੜੀਆਂ ਐਗਜ਼ਾਮਪਲਸ ਹਨ। ਸਭ ਤੋਂ ਪਹਿਲੇ ਅਸੀਂ ਘਨਾਵ ਦੀ ਦੇਖ ਲਈਏ ਅਤੇ ਸਾਡੇ ਕੋਲ ਇੱਕ ਬਾਕਸ ਹੈ, ਇੱਕ ਅਲਮਾਰੀ ਹੈ, ਇੱਕ ਬੁੱਕ ਹੈ, ਇੱਕ ਡਸਟਰ ਹੈ। ਇਹ ਸਾਰੇ ਦੇ ਸਾਰੇ ਘਨਾਵ ਆਕਾਰ ਦੇ ਹਨ। ਸ਼ੂ ਬਾਕਸਿਸ ਹਨ ਘਨਾਵ ਆਕਾਰ ਦੇ, ਫਿਰ ਮਾਚਿਸ ਦੀ ਡੱਬੀ ਹੈ ਘਨਾਵ ਆਕਾਰ ਦੀ, ਇੱਟ ਹੈ ਘਨਾਵ ਆਕਾਰ ਦੀ। ਇਹ ਸਾਡੇ ਕੋਲ ਪੈਕੇਜਿੰਗ ਮਟੀਰੀਅਲਸ ਆਉਂਦੇ ਨੇ ਸਾਡੇ ਘਰਾਂ ਵਿੱਚ, ਇਹ ਸਾਰੇ ਘਨਾਵ ਆਕਾਰ ਹਨ। ਕਿਊਬ ਦੀ ਐਗਜ਼ਾਮਪਲਸ ਦੇਖ ਲਈਏ, ਘਨ ਦੀ ਐਗਜ਼ਾਮਪਲਸ ਦੇਖ ਲਈਏ ਅਤੇ ਸਾਡੇ ਕੋਲ ਹੈ ਰੂਬਿਕਸ ਕਿਊਬ ਹੈ, ਜਿਹਦੇ ਵਿੱਚ ਅਸੀਂ ਇੱਕ ਗੇਮ ਹੁੰਦੀ ਹੈ ਜਿਹਦੇ ਵਿੱਚ ਰੰਗ ਇੱਕੋ ਪਾਸੇ ਇਕੱਠੇ ਕਰਨੇ ਹੁੰਦੇ ਹਨ, ਉਹ ਸਾਡੇ ਕੋਲ ਕਿਊਬ ਦੀ ਐਗਜ਼ਾਮਪਲ ਹੈ। ਇੱਕ ਪਾਸਾ ਹੈ ਜੋ ਅਸੀਂ ਲੂਡੋ ਵਿੱਚ ਖੇਡਣ ਦੀ ਜਿਸ ਦੀ ਵਰਤੋਂ ਕਰਦੇ ਹਾਂ, ਉਹ ਸਾਡੇ ਕੋਲ ਕਿਊਬ ਆਕਾਰ ਹੈ। ਇਹ ਬਲੋਕਸ ਨੇ, ABC ਦੇ ਬੱਚਿਆਂ ਦੀ ਗੇਮ ਹੁੰਦੀ ਹੈ, ਅਲਫਾਬੈਟਸ ਜਿੱਥੇ ਬੱਚੋਂ ਸਿੱਖਦੇ ਨੇ, ਉਹ ਸਾਡੇ ਕੋਲ ਕਿਊਬ ਸ਼ੇਪ ਦੇ ਨੇ। ਇਸ ਤੋਂ ਇਲਾਵਾ ਸ਼ੂਗਰ ਕਿਊਬਸ ਨੇ, ਫਿਰ ਆਈਸ ਕਿਊਬਸ ਨੇ, ਇਸ ਤੋਂ ਇਲਾਵਾ ਬਿਲਡਿੰਗ ਬਲੋਕਸ ਨੇ। ਬੱਚੇ ਜਿਹੜੇ ਬਿਲਡਿੰਗ ਬਲੋਕਸ ਨੂੰ ਜੋੜ ਕੇ ਬਿਲਡਿੰਗ ਬਣਾਉਂਦੇ ਨੇ, ਇੱਕ ਗੇਮ ਹੁੰਦੀ ਹੈ। ਸੋ ਇਹ ਵੀ ਸਾਰੇ ਸਾਡੇ ਕੋਲ ਕਿਊਬ ਆਕਾਰ ਦੇ ਹਨ। ਹੁਣ ਅਸੀਂ ਇਹਨਾਂ ਦੀ ਸਤਹੀ ਖੇਤਰਫਲ ਬਾਰੇ ਪੜ੍ਹਾਂਗੇ। ਸਭ ਤੋਂ ਪਹਿਲੇ ਅਸੀਂ ਇਹਨਾਂ ਦਾ ਕੁੱਲ ਸਤਹੀ ਖੇਤਰਫਲ ਡਿਸਕਸ ਕਰਾਂਗੇ। ਮੰਨ ਲਓ ਸਾਡੇ ਕੋਲ ਇੱਕ ਕਿਊਬ ਹੈ ਜਿਸ ਦੀ ਸਾਡੇ ਕੋਲ ਲੰਬਾਈ ਹੈ L, ਚੌੜਾਈ ਹੈ ਸਾਡੇ ਕੋਲ B ਅਤੇ ਉਚਾਈ ਹੈ ਸਾਡੇ ਕੋਲ H।
ਹੁਣ ਅਸੀਂ ਕੁੱਲ ਸਤ੍ਹਾ ਦਾ ਖੇਤਰਫਲ ਪਤਾ ਕਰਨ ਲਈ ਕੀ ਕਰਾਂਗੇ, ਇਸ ਦੀ ਸਾਰੀ ਸਤਹਾਂ ਦਾ ਵੱਖਰਾ ਵੱਖਰਾ ਖੇਤਰਫਲ ਕੱਢ ਲਾਂਗੇ ਅਤੇ ਉਹਨਾਂ ਦਾ ਜੋੜ ਕਰ ਦਾਂਗੇ। ਅਤੇ ਕੁੱਲ ਸਤਹੀ ਖੇਤਰਫਲ ਸਾਨੂੰ ਕੱਢਣ ਲਈ ਇਸ ਦੇ ਹਰ ਸਤ੍ਹਾ ਦਾ ਖੇਤਰਫਲ ਕੱਢਣਾ ਪਏਗਾ। ਤਾਂ ਸਾਨੂੰ ਪਤਾ ਇਸ ਦੀ ਹਰ ਸਤ੍ਹਾ ਜਿਹੜੀ ਹੈ ਰੈਕਟੈਂਗਲ ਸ਼ੇਪ ਦੀ ਹੈ, ਅਤੇ ਰੈਕਟੈਂਗਲ ਦਾ ਖੇਤਰਫਲ ਸਾਡੇ ਕੋਲ ਹੁੰਦਾ ਵਾ ਲੰਬਾਈ ਗੁਣਾ ਚੌੜਾਈ। ਇਸ ਫਾਰਮੂਲੇ ਦੀ ਵਰਤੋਂ ਕਰਦੇ ਹੀ ਅਸੀਂ ਸਾਰਾ ਕੰਮ ਕਰਾਂਗੇ। ਹੁਣ ਅਸੀਂ ਦੇਖੀਏ ਜਰਾ ਧਿਆਨ ਨਾਲ, ਅਤੇ ਸਾਡੇ ਕੋਲ ਕਿਊਬੋਇਡ ਵਿੱਚ ਅਗਰ ਇਹਦੀ ਲੈਫਟ ਸਾਈਡ ਵਾਲੀ ਫੇਸ ਵੇਖੀਏ, ਯਾਨੀ ਕਿ ਇਹਦਾ ਖੱਬਾ ਫਲਕ ਵੇਖੀਏ, ਅਤੇ ਇਸ ਖੱਬੇ ਫਲਕ ਦੀ ਸਾਡੇ ਕੋਲ ਲੰਬਾਈ ਹੈਗੀ ਹੈ b ਅਤੇ ਚੌੜਾਈ ਸਾਡੇ ਕੋਲ ਹੈਗੀ ਹੈ h, ਯਾਨੀ ਕਿ ਇਹਦਾ ਏਰੀਆ ਸਾਡੇ ਕੋਲ ਹੋ ਗਿਆ ਲੰਬਾਈ ਗੁਣਾ ਚੌੜਾਈ ਦੀ ਵਰਤੋਂ ਕਰਕੇ BH। ਇਸੇ ਤਰ੍ਹਾਂ ਅਸੀਂ ਰਾਈਟ ਸਾਈਡ ਵਾਲੀ ਵੇਲ ਵੇਖੀਏ ਤਾਂ ਸਾਡੇ ਕੋਲ ਇਹਦੀ ਲੰਬਾਈ ਹੈਗੀ ਹੈ b ਅਤੇ ਚੌੜਾਈ ਹੈਗੀ ਹੈ h। ਸੋ ਇਸ ਦਾ ਖੇਤਰਫਲ ਵੀ ਸਾਡੇ ਕੋਲ ਕਿੰਨਾ ਹੋ ਗਿਆ BH। ਫਿਰ ਗੱਲ ਕਰੀਏ ਇਸ ਦੇ ਫਰੰਟ ਫੇਸ ਦੀ, ਤਾਂ ਫਰੰਟ ਫੇਸ ਵਿੱਚ ਸਾਡੇ ਕੋਲ ਹੈਗੀ ਆ ਹਾਈਟ ਹੈਗੀ ਹੈ, ਸੌਰੀ ਲੰਬਾਈ ਹੈਗੀ ਹੈ L ਅਤੇ ਚੌੜਾਈ ਹੈਗੀ ਹੈ h। ਸੋ ਇਸ ਦਾ ਏਰੀਆ ਹੋ ਜਾਏਗਾ HL। ਇਸੇ ਤਰ੍ਹਾਂ ਬੈਕ ਫੇਸ ਦੀ ਸਾਡੇ ਕੋਲ ਲੰਬਾਈ ਹੈਗੀ ਹੈ L ਅਤੇ ਚੌੜਾਈ ਹੈਗੀ ਹੈ ਸਾਡੇ ਕੋਲ h। ਸੋ ਇਸ ਦਾ ਏਰੀਆ ਵੀ ਸਾਡੇ ਕੋਲ ਹੋ ਜਾਏਗਾ HL। ਬੋਟਮ ਫੇਸ ਵੱਲ ਦੇਖੀਏ ਤਾਂ ਬੋਟਮ ਫੇਸ ਵਿੱਚ ਸਾਡੇ ਕੋਲ ਲੰਬਾਈ ਹੈਗੀ ਹੈ L ਅਤੇ ਚੌੜਾਈ ਹੈਗੀ ਆ B, ਤਾਂ ਸਾਡੇ ਕੋਲ ਇਹਦਾ ਏਰੀਆ ਹੋ ਜਾਏਗਾ LB। ਇਸੇ ਤਰ੍ਹਾਂ ਬੈਕ ਫੇਸ ਦੇ ਵਿੱਚ ਵੀ ਸਾਡੇ ਕੋਲ ਲੰਬਾਈ ਹੈ L ਅਤੇ ਚੌੜਾਈ ਹੈਗੀ ਹੈ B, ਸੋ ਇਸ ਦਾ ਏਰੀਆ ਹੋ ਜਾਏਗਾ LB। ਸੋ ਟੋਟਲ ਸਰਫੇਸ ਏਰੀਆ ਕੱਢਣ ਲਈ ਅਸੀਂ ਸਾਰਿਆਂ ਦਾ ਜੋੜ ਕਰਾਂਗੇ। ਜੋੜ ਕਰਨ ਲਈ ਅਸੀਂ ਧਿਆਨ ਨਾਲ ਦੇਖ ਲਈਏ, ਸਾਡੇ ਕੋਲ BH ਵਾਲੇ ਵੀ 2 ਨੇ, ਧਿਆਨ ਨਾਲ ਦੇਖੀਏ, ਅਤੇ HL ਵਾਲੇ ਵੀ ਸਾਡੇ ਕੋਲ 2 ਨੇ, ਅਤੇ LB ਵਾਲੇ ਵੀ ਸਾਡੇ ਕੋਲ 2 ਨੇ। ਸੋ ਇਹਨਾਂ ਦਾ ਟੋਟਲ ਜੋੜ ਸਾਡੇ ਕੋਲ ਹੋ ਜਾਏਗਾ 2 LB ਜਮਾ 2 BH ਜਮਾ 2 HL। ਹੁਣ ਇਹ ਸਾਰਿਆਂ ਵਿੱਚ ਧਿਆਨ ਨਾਲ ਦੇਖਿਆ ਜਾਏ ਤਾਂ 2 ਸਾਡੇ ਕੋਲ ਸਾਂਝਾ ਆ ਸਕਦਾ ਹੈ, ਅਤੇ ਅਸੀਂ 2 ਨੂੰ ਬਾਹਰ ਕੱਢ ਲਾਂਗੇ ਅਤੇ ਅੰਦਰ ਸਾਡੇ ਕੋਲ ਰਹਿ ਜਾਏਗਾ LB ਜਮਾ BH ਜਮਾ HL। ਸੋ ਇਹ ਸਾਡੇ ਕੋਲ ਫਾਰਮੂਲਾ ਬਣ ਗਿਆ ਟੋਟਲ ਸਰਫੇਸ ਏਰੀਆ ਆਫ ਕਿਊਬੋਇਡ ਦਾ, ਯਾਨੀ ਕਿ ਕੁੱਲ ਸਤ੍ਹਾ ਖੇਤਰਫਲ ਘਨਾਵ ਦਾ। ਹੁਣ ਅਸੀਂ ਇਸ ਦਾ ਕਰਵਡ ਸਰਫੇਸ ਏਰੀਆ ਪਤਾ ਕਰਾਂਗੇ। ਕਰਵਡ ਸਰਫੇਸ ਏਰੀਆ ਪਤਾ ਕਰਨ ਲਈ ਮੈਂ ਤੁਹਾਨੂੰ ਪਹਿਲੇ ਵੀ ਦੱਸ ਚੁੱਕੀ ਹਾਂ ਕਿ ਸਾਨੂੰ ਬੋਟਮ ਅਤੇ ਅੱਪਰ ਫੇਸ ਦਾ ਏਰੀਆ ਕਾਊਂਟ ਨਹੀਂ ਕਰਨਾ ਹੈ, ਬਾਕੀ ਸਿਰਫ ਅਤੇ ਸਿਰਫ 4 ਫੇਸਿਸ ਦਾ ਏਰੀਆ ਅਸੀਂ ਕਾਊਂਟ ਕਰਾਂਗੇ। ਕਿਉਂਕਿ 4 ਫੇਸਿਸ ਦਾ ਏਰੀਆ ਕਾਊਂਟ ਕਰਨਾ ਇਹਦੇ ਵਿੱਚ, ਅਤੇ ਇਸ ਨੂੰ ਏਰੀਆ ਆਫ 4 ਵਾਲਸ ਵੀ ਕਿਹਾ ਜਾਂਦਾ ਹੈ, 4 ਦੀਵਾਰੀ ਦਾ ਖੇਤਰਫਲ ਵੀ ਕਿਹਾ ਜਾਂਦਾ ਹੈ। ਇਸ ਨੂੰ ਅਸੀਂ ਕਿਵੇਂ ਫਾਈਂਡ ਕਰਾਂਗੇ, ਅਸੀਂ ਸਿਰਫ ਅਤੇ ਸਿਰਫ ਇਹ 4 ਫੇਸਿਸ ਦਾ ਏਰੀਆ ਲਵਾਂਗੇ। ਇਹਦੇ ਵਿੱਚ ਪਹਿਲੇ ਫੇਸ ਦਾ ਏਰੀਆ ਸਾਡੇ ਕੋਲ ਲੈਫਟ ਫੇਸ ਦਾ ਏਰੀਆ ਸੀ BH, ਅਤੇ ਫਰੰਟ ਫੇਸ ਦਾ ਏਰੀਆ ਸੀ ਸਾਡੇ ਕੋਲ HL, ਰਾਈਟ ਫੇਸ ਦਾ ਏਰੀਆ ਸੀ ਸਾਡੇ ਕੋਲ BH, ਅਤੇ ਇੱਧਰੋਂ ਸਾਡੇ ਕੋਲ ਬੈਕ ਫੇਸ ਦਾ ਏਰੀਆ ਸੀ HL। ਹੁਣ ਇਹ ਸਾਰਿਆਂ ਦਾ ਪਲੱਸ ਕਰਾਂਗੇ ਤਾਂ ਧਿਆਨ ਨਾਲ ਦੇਖੀਏ, ਸਾਡੇ ਕੋਲ BH ਵਾਲੇ 2 ਬਚਦੇ ਨੇ ਅਤੇ HL ਵਾਲੇ 2 ਬਚਦੇ ਨੇ। ਸੋ ਸਾਡੇ ਕੋਲ ਆ ਜਾਏਗਾ 2BH + 2HL। ਹੁਣ ਧਿਆਨ ਨਾਲ ਦੇਖੀਏ ਤਾਂ ਸਾਡੇ ਕੋਲ ਇਹਦੇ ਵਿੱਚ 2 ਵੀ ਸਾਂਝਾ ਹੈ ਅਤੇ H ਵੀ ਸਾਡੇ ਕੋਲ ਸਾਂਝਾ ਹੈ। ਸੋ ਆਪਾਂ 2 ਇੱਧਰ ਨੂੰ ਬਾਹਰ ਕੱਢ ਲਈਏ ਅਤੇ ਅੰਦਰ ਸਾਡੇ ਕੋਲ ਰਹਿ ਜਾਏਗਾ BL ਜਮਾ B, ਅਤੇ ਬਾਹਰ ਸਾਡੇ ਕੋਲ ਆ ਜਾਏਗਾ H। ਸੋ ਸਾਡੇ ਕੋਲ ਫਾਰਮੂਲਾ ਬਣ ਗਿਆ 2 ਬ੍ਰੈਕਟ L + B ਟਾਈਮਸ H। ਇਹ ਸਾਡੇ ਕੋਲ ਹੋ ਗਿਆ 4 ਦੀਵਾਰੀ ਦਾ ਖੇਤਰਫਲ, ਯਾਨੀ ਕਿ ਲੇਟਰਲ ਸਰਫੇਸ ਏਰੀਆ ਜਾਂ ਕਰਵਡ ਸਰਫੇਸ ਏਰੀਆ ਜਾਂ ਸਤਹੀ ਖੇਤਰਫਲ ਘਨਾਵ ਦਾ, ਕਿਊਬੋਇਡ ਦਾ। ਇਸ ਤੋਂ ਬਾਅਦ ਅਸੀਂ ਗੱਲ ਕਰਾਂਗੇ ਹੁਣ ਘਨ ਦੇ ਖੇਤਰਫਲ ਦੀ। ਘਨ ਦੇ ਖੇਤਰਫਲ ਦੇ ਵਿੱਚ ਅਸੀਂ ਗੱਲ ਕਰੀਏ ਤਾਂ ਮੰਨ ਲਓ ਸਾਡੇ ਕੋਲ ਇੱਕ ਘਨ ਹੈ ਜਿਹਦੀ ਲੰਬਾਈ ਚੌੜਾਈ ਉਚਾਈ ਸਾਨੂੰ ਪਤਾ ਬਰਾਬਰ ਹੁੰਦੀ ਹੈ, ਅਤੇ ਆਪਾਂ ਤਿੰਨਾਂ ਨੂੰ ਕੀ ਮੰਨ ਲੈਂਦੇ ਹਾਂ, ਉਹ ਸਾਡੇ ਕੋਲ A ਦੇ ਬਰਾਬਰ ਹੈ। ਸਾਨੂੰ ਪਤਾ ਹੈ ਕਿ ਘਨ ਸਾਡੇ ਕੋਲ 6 ਫੇਸਿਸ ਜਿਹੜੇ ਸਕੇਅਰ ਦੇ ਹੁੰਦੇ ਨੇ, ਅਤੇ ਸਕੇਅਰ ਦਾ ਏਰੀਆ ਸਾਡੇ ਕੋਲ ਹੁੰਦਾ ਵਾ ਸਾਈਡ ਸਕੇਅਰ। ਸੋ ਇਹਦੇ ਵਿੱਚ ਸਾਈਡ ਸਕੇਅਰ ਤੋਂ ਸਾਡੇ ਕੋਲ ਆ ਜਾਏਗਾ A ਸਕੇਅਰ, ਰਾਈਟ ਸਾਈਡ ਦੇ ਫੇਸ ਵਿੱਚ ਵੀ ਸਾਡੇ ਕੋਲ ਆ ਜਾਏਗਾ A ਸਕੇਅਰ, ਕਿਉਂਕਿ ਸਾਰੇ ਸਕੇਅਰਸ ਨੇ। ਇਹਦਾ ਵੀ ਸਾਡੇ ਕੋਲ ਏਰੀਆ ਹੋ ਜਾਏਗਾ A ਸਕੇਅਰ, ਅਗਲੇ ਦਾ ਵੀ ਹੋ ਜਾਏਗਾ A ਸਕੇਅਰ, ਬੋਟਮ ਦਾ ਵੀ A ਸਕੇਅਰ, ਅਤੇ ਟੌਪ ਦਾ ਵੀ ਹੋ ਜਾਏਗਾ A ਸਕੇਅਰ। ਸੋ ਸਾਡੇ ਕੋਲ ਟੋਟਲ ਕਿੰਨੇ A ਸਕੇਅਰ ਹੋ ਗਏ, 6 A ਸਕੇਅਰ ਹੋ ਗਏ। ਸੋ ਇਸ ਦਾ ਟੋਟਲ ਸਰਫੇਸ ਏਰੀਆ ਸਾਡੇ ਕੋਲ ਬਹੁਤ ਈਜ਼ੀਲੀ ਸਾਡੇ ਕੋਲ ਆ ਗਿਆ 6 A ਸਕੇਅਰ। ਇਹ ਕਿੰਨਾ ਹੋ ਗਿਆ, ਹੁਣ ਟੋਟਲ ਸਰਫੇਸ ਏਰੀਆ ਹੋ ਗਿਆ ਸਾਡੇ ਕੋਲ ਕਿਊਬ ਦਾ।
ਇਸੇ ਤਰ੍ਹਾਂ ਅਸੀਂ ਲੇਟਰਲ ਸਰਫੇਸ ਏਰੀਆ ਯਾਨੀ ਕਿ ਕਰਵਡ ਸਰਫੇਸ ਏਰੀਆ ਪਤਾ ਕਰਨਾ ਤੋਂ ਪਹਿਲੇ ਦੱਸ ਚੁੱਕੀ ਹਾਂ ਕਿ ਉਹਦੇ 'ਚ ਬੋਟਮ ਵਾਲਾ ਏਰੀਆ ਅਤੇ ਟੋਪ ਵਾਲਾ ਏਰੀਆ ਕਾਊਂਟ ਨਹੀਂ ਕਰਨਾ। ਜੇਕਰ ਅਸੀਂ ਬੋਟਮ ਅਤੇ ਟੋਪ ਵਾਲਾ ਏਰੀਆ ਨਹੀਂ ਕਾਊਂਟ ਕਰਦੇ, ਲੈਫਟ ਰਾਈਟ ਅਤੇ ਫਰੰਟ ਬੈਕ ਦਾ ਏਰੀਆ ਸਾਡੇ ਕੋਲ ਏ ਸਕੇਅਰ ਹੈ। ਸਾਡੇ ਕੋਲ ਕਿੰਨੇ ਏ ਸਕੇਅਰ ਹੈਗੇ? ਹੁਣ ਇਸ ਦੇ ਵਿੱਚ 4 ਏ ਸਕੇਅਰ ਹੈਗੇ ਆ। ਸੋ ਸਾਡੇ ਕੋਲ ਇਹਦਾ ਲੇਟਰਲ ਸਰਫੇਸ ਏਰੀਆ ਹੋ ਗਿਆ 4A ਸਕੇਅਰ, ਯਾਨੀ ਕਿ ਇਸ ਦਾ ਸਾਡੇ ਕੋਲ ਪੰਜਾਬੀ ਵਿੱਚ ਗੱਲ ਕਰੀਏ ਤਾਂ ਕੰਨ ਦੀ ਪਾਸਵੀਂ ਸਤ੍ਹਾ ਦਾ ਖੇਤਰਫਲ ਸਾਡੇ ਕੋਲ ਹੋ ਗਿਆ 4A ਸਕੇਅਰ। ਚਲੋ ਵਿਦਿਆਰਥੀਓ, ਹੁਣ ਅਸੀਂ ਆਪਣੀ ਅਸਾਈਨਮੈਂਟ ਦੇ ਕੁਐਸਚਨਸ ਡਿਸਕਸ ਕਰਨੇ ਆ। ਸਭ ਤੋਂ ਪਹਿਲੇ ਸਾਨੂੰ ਉੱਪਰ ਉਹਨਾਂ ਨੇ ਫਾਰਮੂਲੇ ਦਿੱਤੇ ਨੇ ਜੋ ਅਸੀਂ ਡਿਸਕਸ ਕਰ ਚੁੱਕੇ ਹਾਂ। ਸੋ ਪਹਿਲੀ ਉਦਾਹਰਨ ਹੈ, ਉਸ ਵਿੱਚ ਸਾਡੇ ਕੋਲ ਇੱਕ ਕਮਰਾ ਹੈ ਅਤੇ ਕਮਰੇ ਦੀ ਲੰਬਾਈ, ਚੌੜਾਈ ਅਤੇ ਉਚਾਈ ਸਾਨੂੰ ਦਿੱਤੀ ਹੈ 5 ਮੀਟਰ, 4 ਮੀਟਰ, 3 ਮੀਟਰ। ਅਸੀਂ ਇਸ ਕਮਰੇ ਨੂੰ ਪੇਂਟ ਕਰਾਉਣਾ ਚਾਹੁੰਦੇ ਹਾਂ ਅਤੇ ਪੇਂਟ ਸਾਨੂੰ ਪਤਾ ਅਸੀਂ ਸਿਰਫ 4 ਦੀਵਾਰਾਂ ਨੂੰ ਕਰਾਉਣਾ ਹੁੰਦਾ ਹੈ ਅਤੇ ਛੱਤ ਨੂੰ ਕਰਾਉਣਾ ਹੁੰਦਾ ਹੈ, ਕਦੇ ਵੀ ਜ਼ਮੀਨ ਨੂੰ ਪੇਂਟ ਨਹੀਂ ਕੀਤਾ ਜਾਂਦਾ। ਅਤੇ ਇਸ ਪੇਂਟ ਦੇ ਵਿੱਚ ਸਾਡੇ ਕੋਲ ਅਸੀਂ 1 ਵਰਗ ਮੀਟਰ ਨੂੰ ਏਰੀਆ ਨੂੰ ਪੇਂਟ ਕਰਾਉਣਾ ਚਾਹੁੰਦੇ ਹਾਂ ਅਤੇ ਉਹਦੇ ਲਈ ਸਾਨੂੰ 7.5 ਰੁਪਏ ਦੇਣੇ ਪੈ ਰਹੇ ਨੇ। ਅਤੇ ਸਾਡੇ ਕੋਲ ਜਿੰਨਾ ਕਮਰਾ ਹੈਗਾ, ਸਾਡਾ ਜਿਸ ਕਮਰੇ ਦਾ ਜੋ ਮਾਪ ਹੈਗਾ, ਉਸ ਹਿਸਾਬ ਨਾਲ ਸਾਡੇ ਕੋਲ ਟੋਟਲ ਸਾਡਾ ਕਿੰਨਾ ਖਰਚ ਹੋਏਗਾ ਇਸ ਨੂੰ ਪੇਂਟ ਕਰਾਉਣ ਦਾ, ਅਸੀਂ ਉਸ ਬਾਰੇ ਪਤਾ ਕਰਨਾ ਹੈ। ਸਭ ਤੋਂ ਪਹਿਲੇ ਤਾਂ ਅਸੀਂ ਲਿਖ ਲਾਂਗੇ ਕਿ ਸਾਡੇ ਕਮਰੇ ਦੀ ਲੰਬਾਈ, ਚੌੜਾਈ ਅਤੇ ਉਚਾਈ ਕਿੰਨੀ ਹੈ, ਯਾਨੀ ਕਿ L ਦਾ ਮੁੱਲ ਸਾਡੇ ਕੋਲ ਕਿੰਨਾ ਹੈ, B ਦਾ ਮੁੱਲ ਕਿੰਨਾ ਹੈ ਅਤੇ H ਦਾ ਕਿੰਨਾ ਹੈ। L ਦਾ ਮੁੱਲ ਸਾਡੇ ਕੋਲ 5 ਮੀਟਰ ਹੈ, B ਦਾ ਸਾਡੇ ਕੋਲ 4 ਮੀਟਰ ਅਤੇ H ਦਾ ਮੁੱਲ ਹੈ 3 ਮੀਟਰ। ਹੁਣ ਅਸੀਂ ਸਫੇਦੀ ਜਿਹੜੀ ਕਰਾਉਣੀ ਹੈ ਉਸ ਲਈ ਕਿਹੜਾ ਖੇਤਰਫਲ ਚਾਹੀਦਾ? ਇੱਕ ਤਾਂ ਅਸੀਂ 4 ਦੀਵਾਰਾਂ ਨੂੰ ਪੇਂਟ ਕਰਾਉਣਾ ਹੈ ਅਤੇ ਇੱਕ ਕਮਰੇ ਦੀ ਛੱਤ ਨੂੰ ਪੇਂਟ ਕਰਾਉਣਾ ਹੈ। ਸੋ ਸਾਨੂੰ ਕੋਲ 4 ਦੀਵਾਰਾਂ ਦਾ ਖੇਤਰਫਲ ਚਾਹੀਦਾ ਅਤੇ ਉਹਦੇ 'ਚ ਕਿਹਦਾ ਖੇਤਰਫਲ ਜੋੜ ਦਾਂਗੇ? ਕਮਰੇ ਦੀ ਛੱਤ ਦਾ। 4 ਦੀਵਾਰਾਂ ਦਾ ਖੇਤਰਫਲ ਹੁਣੇ ਅਸੀਂ ਪੜ੍ਹ ਕੇ ਆਇਆ ਹੁੰਦਾ ਵਾ 2 ਟਾਈਮਸ L + B ਟਾਈਮਸ H। ਸੋ ਉਹ ਆਪਾਂ ਲਿਖ ਲਾਂਗੇ। ਨਾਲ ਉਹਦੇ ਵਿੱਚ ਅਸੀਂ ਪਲੱਸ ਕਰਨਾ ਹੈ ਕਮਰੇ ਦੀ ਛੱਤ ਦਾ ਖੇਤਰਫਲ। ਕਮਰੇ ਦੀ ਛੱਤ ਸਾਨੂੰ ਪਤਾ ਹੈ ਸਾਡੇ ਕੋਲ ਆਇਤ ਆਕਾਰ ਦੀ ਹੁੰਦੀ ਹੈ ਅਤੇ ਆਇਤ ਦਾ ਖੇਤਰਫਲ ਹੁੰਦਾ ਹੈ ਲੰਬਾਈ ਗੁਣਾ ਚੌੜਾਈ। ਸੋ ਸਾਡੇ ਕੋਲ ਆ ਗਿਆ L + B। ਹੁਣ ਵਾਰੀ ਅਸੀਂ ਇਹਨਾਂ ਦੇ ਮੁੱਲ ਭਰਾਂਗੇ। ਸਾਡੇ ਕੋਲ L ਦਾ ਮੁੱਲ ਹੈ 5, ਅਸੀਂ 5 ਲਿਖ ਦਾਂਗੇ। B ਦੀ ਜਗ੍ਹਾ ਅਸੀਂ 4 ਲਿਖ ਦਾਂਗੇ ਅਤੇ H ਦੀ ਜਗ੍ਹਾ ਅਸੀਂ 3 ਲਿਖ ਦਾਂਗੇ। ਸੋ ਸਾਡੇ ਕੋਲ ਆ ਜਾਏਗਾ 2 ਬਰੈਕਟ 5 + 4 ਗੁਣਾ 3 + 5 ਗੁਣਾ 4। ਸਭ ਤੋਂ ਪਹਿਲੇ ਅਸੀਂ ਪਹਿਲੀ ਵਾਲੀ ਜਿਹੜੀ ਰਕਮ ਹੈ ਉਹਦੇ ਵਿੱਚ ਬ੍ਰੈਕਟ ਨੂੰ ਸੋਲਵ ਕਰਾਂਗੇ। 5 ਅਤੇ 4 ਨੂੰ ਜੋੜਾਂਗੇ, ਸਾਡੇ ਕੋਲ 9 ਆ ਜਾਏਗਾ। ਸੋ ਸਾਡੇ ਕੋਲ ਆ ਜਾਏਗਾ 2 ਗੁਣਾ 9 ਗੁਣਾ 3 ਜਮਾ 5 ਅਤੇ 4 ਨੂੰ ਗੁਣਾ ਕਰਕੇ ਲਿਖ ਦਾਂਗੇ। 5 ਅਤੇ 4 ਨੂੰ ਗੁਣਾ ਕਰਕੇ ਸਾਡੇ ਕੋਲ 20 ਆ ਜਾਏਗਾ। ਹੁਣ 2, 3 ਅਤੇ 9 ਨੂੰ ਅਸੀਂ ਗੁਣਾ ਕਰਾਂਗੇ। 9 ਦੂਣੀ 18, 18 ਨੂੰ 3 ਨਾਲ ਗੁਣਾ ਕੀਤਾ ਸਾਡੇ ਕੋਲ ਆ ਗਿਆ 54 ਜਮਾ ਉਹਦੇ 'ਚ ਕਰ ਦਾਂਗੇ 20। ਸੋ 54 'ਚ 20 ਜੋੜਨ 'ਤੇ ਸਾਡੇ ਕੋਲ ਆ ਜਾਏਗਾ 74 ਮੀਟਰ ਸਕੁਏਅਰ। ਕਿਉਂਕਿ ਅਸੀਂ ਖੇਤਰਫਲ ਕੱਢ ਰਹੇ ਹਾਂ ਅਤੇ ਸਾਨੂੰ ਪਤਾ ਹੈ ਖੇਤਰਫਲ ਵਰਗ ਇਕਾਈਆਂ ਵਿੱਚ ਹੁੰਦਾ ਵਾ, ਅਤੇ ਇਸ ਲਈ ਸਾਨੂੰ ਪਤਾ ਲੱਗ ਗਿਆ ਕਿ ਅਸੀਂ 74 ਮੀਟਰ ਸਕੁਏਅਰ ਏਰੀਆ ਵਿੱਚ ਅਸੀਂ ਪੇਂਟ ਕਰਵਾਉਣਾ ਹੈ। ਹੁਣ 1 ਮੀਟਰ ਸਕੁਏਅਰ ਏਰੀਆ ਵਿੱਚ ਪੇਂਟ ਕਰਾਉਣ ਲਈ ਸਾਨੂੰ 7.5 ਰੁਪਏ ਦੇਣੇ ਪੈ ਰਹੇ ਨੇ, ਅਤੇ ਫਿਰ 74 ਮੀਟਰ ਸਕੁਏਅਰ ਜਿਹੜਾ ਸਾਡੇ ਕੋਲ ਏਰੀਆ ਹੋਏਗਾ ਉਹਦੇ ਵਿੱਚ ਸਫੇਦੀ ਕਰਾਉਣ ਲਈ ਕਿੰਨੇ ਦੇਣੇ ਪੈਣਗੇ? ਅਸੀਂ ਕੀ ਕਰਾਂਗੇ? 74 ਨੂੰ 7.5 ਨਾਲ ਗੁਣਾ ਕਰ ਦਾਂਗੇ। 74 ਨੂੰ 7.5 ਨਾਲ ਗੁਣਾ ਕਰਨ ਦਾ ਕੀ ਤਰੀਕਾ ਹੈ ਕਿ ਇੱਕ ਸੰਖਿਆ ਸਾਡੇ ਕੋਲ ਡੈਸੀਮਲ ਵਾਲੀ ਹੈ, ਇੱਕ ਸਾਡੇ ਕੋਲ ਡੈਸੀਮਲ ਤੋਂ ਬਗੈਰ ਵਾਲੀ ਹੈ। ਪਹਿਲੇ ਕੀ ਕਰਨੇ ਆ? ਅਸੀਂ ਡੈਸੀਮਲ ਨੂੰ ਭੁੱਲ ਜਾਂਦੇ ਹਾਂ। ਅਸੀਂ 750 ਨੂੰ 74 ਦੇ ਨਾਲ ਗੁਣਾ ਕਰਦੇ ਹਾਂ। 750 ਨੂੰ 74 ਨਾਲ ਗੁਣਾ ਕਰਨ ਲਈ ਆਪਾਂ ਕੀ ਕਰਾਂਗੇ? ਪਹਿਲੇ ਸਿਰਫ 74 ਅਤੇ 75 ਨੂੰ ਗੁਣਾ ਕਰਾਂਗੇ ਅਤੇ ਉਹਦੇ ਵਿੱਚ ਐਂਡ 'ਚ ਅਸੀਂ 0 ਲਗਾ ਦਾਂਗੇ। ਇਹ ਦੋਵਾਂ ਨੂੰ ਗੁਣਾ ਕਰੀਏ। ਹੁਣ 5 ਚੌਕਾ ਕਿੰਨਾ ਹੋ ਗਿਆ? 20। 7 ਚੌਕਾ 28 ਜਮਾ 2 ਹੋ ਗਏ ਸਾਡੇ ਕੋਲ 30। ਉਸ ਤੋਂ ਬਾਅਦ 7 5 ਕਿੰਨਾ ਹੋ ਗਿਆ? 35। 3 ਆ ਗਿਆ ਹਾਸਲ 'ਚ। 7 7 49 ਜਮਾ 3 ਸਾਡੇ ਕੋਲ ਕਿੰਨੇ ਹੋ ਗਏ? 52। ਸੋ ਉਹਨਾਂ ਦਾ ਜੋੜ ਕਰ ਲਈਏ 0 5 5 ਅਤੇ 5। ਸੋ ਸਾਡੇ ਕੋਲ ਆ ਗਿਆ 5 5 5 0, ਅਤੇ ਇਹਦੇ ਨਾਲ ਜਿਹੜਾ ਸਾਡੇ ਕੋਲ 750 ਹੀ ਉਹਦਾ ਵਾਲਾ ਵੀ 0 ਲਗਾਉਣਾ ਪਏਗਾ। ਸੋ ਸਾਡੇ ਕੋਲ ਆ ਗਿਆ 55,500। ਬਟ ਸਾਡੇ ਕੋਲ ਰਕਮ ਸੀ 7.50, ਮਤਲਬ ਇੱਥੇ ਪੁਆਇੰਟ 2 ਰਕਮਾਂ ਤੋਂ ਬਾਅਦ ਪਿੱਛੋਂ ਦੀ ਪੁਆਇੰਟ ਹੈ। ਸੋ ਆਪਾਂ ਆਨਸਰ ਵਿੱਚ ਵੀ ਆਪਣੇ ਪਿੱਛੋਂ ਦੀ 2 ਰਕਮਾਂ ਗਿਣ ਕੇ ਤੇ ਇੱਥੇ ਪੁਆਇੰਟ ਲਾ ਦਾਂਗੇ ਤਾਂ ਸਾਡੇ ਕੋਲ ਕਿੰਨਾ ਰਹਿ ਜਾਏਗਾ? 555 ਰੁਪਏ। ਸੋ ਸਾਨੂੰ ਆਪਣੀ ਜੋ ਦੀਵਾਰਾਂ ਨੂੰ ਅਸੀਂ ਪੇਂਟ ਕਰਾਉਣਾ ਹੈ ਉਹਦੇ ਲਈ ਸਾਨੂੰ 555 ਰੁਪਏ ਦੇਣੇ ਪੈਣਗੇ।
ਇਸ ਤੋਂ ਬਾਅਦ ਅਗਲੇ ਪ੍ਰਸ਼ਨ ਵਿੱਚ ਸਾਡੇ ਕੋਲ ਦੋ ਤਰ੍ਹਾਂ ਦੇ ਡੱਬੇ ਦਿੱਤੇ ਗਏ ਹਨ। ਇੱਕ ਸਾਡੇ ਕੋਲ ਘਨ ਆਕਾਰ ਦਾ ਹੈ ਅਤੇ ਇੱਕ ਸਾਡੇ ਕੋਲ ਘਨਾਵ ਆਕਾਰ ਦਾ ਹੈ। ਜਿਹੜਾ ਘਨ ਆਕਾਰ ਦਾ ਹੈ ਉਸ ਦਾ ਕਿਨਾਰਾ ਸਾਡੇ ਕੋਲ 10 ਸੈਂਟੀਮੀਟਰ ਲੰਬਾ ਹੈ ਅਤੇ ਜਿਹੜਾ ਘਨਾਵ ਆਕਾਰ ਹੈ ਉਹਦੀ ਲੰਬਾਈ ਚੌੜਾਈ ਅਤੇ ਉਚਾਈ ਸਾਨੂੰ ਦਿੱਤੀ ਦੀ ਹੈ 12.5 10 ਸੈਂਟੀਮੀਟਰ ਅਤੇ 8 ਸੈਂਟੀਮੀਟਰ। ਅਸੀਂ ਪਤਾ ਕਰਨਾ ਹੈ ਕਿ ਕਿਸ ਡੱਬੇ ਦਾ ਪਾਸਵੀਂ ਸਤ੍ਹਾ ਦਾ ਖੇਤਰਫਲ ਵੱਧ ਹੈ, ਯਾਨੀ ਕਿ ਆਪਾਂ ਪਤਾ ਕਰਨਾ ਹੈ ਕਿਹਦਾ ਕਰਵਡ ਸਰਫੇਸ ਏਰੀਆ ਜ਼ਿਆਦਾ ਹੈ ਅਤੇ ਕਿੰਨਾ ਜ਼ਿਆਦਾ ਹੈ। ਪਹਿਲੇ ਪਾਰਟ ਵਿੱਚ ਤਾਂ ਪਹਿਲੇ ਅਸੀਂ ਇਹੀ ਪਤਾ ਕਰ ਲਈਏ। ਸੋ ਸਭ ਤੋਂ ਪਹਿਲੇ ਅਸੀਂ ਦੋਵਾਂ ਦਾ ਪਾਸਵੀਂ ਸਤ੍ਹਾ ਦਾ ਖੇਤਰਫਲ ਕੱਢਾਂਗੇ, ਫਿਰ ਦੋਵਾਂ ਦੀ ਤੁਲਨਾ ਕਰਾਂਗੇ ਕਿਹਦਾ ਵੱਧ ਹੈ ਅਤੇ ਕਿੰਨਾ ਵੱਧ ਹੈ। ਅਸੀਂ ਸਭ ਤੋਂ ਪਹਿਲੇ ਕੀ ਕਰਾਂਗੇ, ਘਨਾਵ ਦੀ ਪਾਸਵੀਂ ਸਤ੍ਹਾ ਦਾ ਖੇਤਰਫਲ ਪਤਾ ਕਰੀਏ। ਪਾਸਵੀਂ ਸਤ੍ਹਾ ਯਾਨੀ ਕਿ ਚਾਰ ਦੀਵਾਰੀ ਦਾ ਖੇਤਰਫਲ, ਉਹ ਕੀ ਹੁੰਦਾ 2 ਬ੍ਰੈਕਟ L + B ਟਾਈਮਸ H। ਸੋ ਆਪਾਂ ਇਹਦੇ ਵਿੱਚ ਮੁੱਲ ਭਰ ਦਾਂਗੇ। 2 ਬ੍ਰੈਕਟ L ਦੀ ਜਗ੍ਹਾ L ਦਾ ਮੁੱਲ ਆ ਗਿਆ 12.5 ਜਮਾ B ਦਾ ਮੁੱਲ ਆ ਗਿਆ 10 ਅਤੇ ਬਾਹਰ ਬ੍ਰੈਕਟ 'ਚ ਆ ਗਿਆ H ਦਾ ਮੁੱਲ ਸਾਡੇ ਕੋਲ ਆ ਗਿਆ 8। ਪਹਿਲੇ ਅਸੀਂ ਬ੍ਰੈਕਟ ਵਾਲੇ ਰਕਮਾਂ ਦਾ ਜੋੜ ਕਰਾਂਗੇ। 12.5 'ਚ ਜਦੋਂ 10 ਜੋੜਾਂਗੇ ਤਾਂ ਹੋ ਜਾਏਗਾ ਸਾਡੇ ਕੋਲ 22.5। ਸੋ ਸਾਡੇ ਕੋਲ ਆ ਜਾਏਗਾ 2 ਗੁਣਾ 22.5 ਗੁਣਾ 8। ਇਸ ਨੂੰ ਵੀ ਤੁਸੀਂ ਗੁਣਾ ਕਰ ਲਓਗੇ। ਗੁਣਾ ਕਰਨ ਤੋਂ ਬਾਅਦ ਸਾਡੇ ਕੋਲ ਆ ਜਾਏਗਾ 360 ਸੈਂਟੀਮੀਟਰ ਸਕੁਅਰ। ਉਸ ਤੋਂ ਬਾਅਦ ਅਸੀਂ ਕੱਢਾਂਗੇ ਘਨ ਦੀ ਪਾਸਵੀਂ ਸਤ੍ਹਾ ਦਾ ਖੇਤਰਫਲ। ਘਨ ਦੀ ਪਾਸਵੀਂ ਸਤ੍ਹਾ ਦਾ ਖੇਤਰਫਲ ਹੁਣੇ ਅਸੀਂ ਪੜ੍ਹ ਕੇ ਆਏ ਹਾਂ 4a² ਅਤੇ ਪੰਜਾਬੀ 'ਚ ਉਹਨੂੰ ਲਿਖਿਆ 4 ਕਿਨਾਰੇ ਦਾ ਸਕੁਅਰ। ਸੋ ਹੋ ਗਿਆ 4 ਗੁਣਾ 10 ਦਾ ਸਿਰ, ਕਿਉਂਕਿ ਸਾਡੇ ਕੋਲ ਕਿਨਾਰਾ ਕਿਹਦੇ ਬਰਾਬਰ ਹੈ 10 ਦੇ ਬਰਾਬਰ ਹੈ, 10 ਸੈਂਟੀਮੀਟਰ ਦੇ ਬਰਾਬਰ ਹੈ। ਸੋ 10 ਦਾ ਸਕੁਅਰ, ਪਹਿਲੇ ਅਸੀਂ 10 ਦਾ ਸਕੁਅਰ ਖੋਲਾਂਗੇ। 10 ਦਾ ਸਕੁਅਰ ਸਾਡੇ ਕੋਲ ਹੋ ਗਿਆ 100। ਸੋ 4 ਗੁਣਾ 100 ਸਾਡੇ ਕੋਲ ਹੋ ਗਿਆ 400। ਸਾਡੇ ਕੋਲ ਆ ਗਿਆ 400 ਸੈਂਟੀਮੀਟਰ ਸਕੁਅਰ। ਹੁਣ ਇੱਕ ਪਾਸੇ ਸਾਡੇ ਕੋਲ ਆਇਆ 360 ਅਤੇ ਇੱਕ ਸਾਡੇ ਕੋਲ ਆਇਆ 400। ਸਾਫ਼ ਹੈ ਕਿ ਸਾਡੇ ਕੋਲ 400 ਵੱਧ ਹੁੰਦਾ ਹੈ। ਸੋ ਸਾਡੇ ਕੋਲ ਘਨ ਦੀ ਪਾਸਵੀਂ ਸਤ੍ਹਾ ਦਾ ਖੇਤਰਫਲ ਜ਼ਿਆਦਾ ਹੈ ਘਨਾਵ ਨਾਲੋਂ। ਸੋ ਇਹਨਾਂ ਵਿੱਚ ਕਿੰਨੇ ਦਾ 360 ਅਤੇ 400 ਵਿੱਚ ਕਿੰਨੇ ਦਾ ਫਰਕ ਹੈ? 360 ਅਤੇ 400 ਤੋਂ ਸਾਨੂੰ ਪਤਾ ਹੈ ਸਾਡੇ ਕੋਲ 40 ਸੈਂਟੀਮੀਟਰ ਸਕੁਅਰ ਦਾ ਫਰਕ ਹੈ। ਸੋ ਸਾਡੇ ਕੋਲ ਕਿਸ ਡੱਬੇ ਦੀ ਪਾਸਵੀਂ ਸਤ੍ਹਾ ਦਾ ਖੇਤਰਫਲ ਵੱਧ ਹੈ? ਸਾਡੇ ਕੋਲ ਘਨ ਦੀ ਪਾਸਵੀਂ ਸਤ੍ਹਾ ਦਾ ਖੇਤਰਫਲ ਜਿਹੜਾ ਹੈ ਵੱਧ ਹੈ। ਅਤੇ ਕਿੰਨਾ ਵੱਧ ਹੈ? ਉਹ 40 ਸੈਂਟੀਮੀਟਰ ਸਕੁਅਰ ਸਾਡੇ ਕੋਲ ਵੱਧ ਹੈ। ਉਸ ਤੋਂ ਬਾਅਦ ਸਾਡੇ ਕੋਲ ਦੂਸਰੇ ਪਾਰਟ ਵਿੱਚ ਕੁਐਸਚਨ ਪੁੱਛਿਆ ਗਿਆ ਹੈ ਕਿ ਕਿਸ ਡੱਬੇ ਦਾ ਕੁੱਲ ਸਤ੍ਹਾ ਦਾ ਖੇਤਰਫਲ ਘੱਟ ਹੈ ਅਤੇ ਕਿੰਨਾ ਘੱਟ ਹੈ। ਹੁਣ ਅਸੀਂ ਕੁੱਲ ਸਤ੍ਹਾ ਦਾ ਖੇਤਰਫਲ ਦੀ ਤੁਲਨਾ ਕਰਨੀ ਹੈ ਅਤੇ ਵੇਖਣਾ ਕਿ ਕਿਹੜਾ ਘੱਟ ਹੈ। ਹੁਣ ਅਸੀਂ ਦੋਵਾਂ ਦੇ ਫਿਰ ਕੁੱਲ ਸਤ੍ਹਾ ਦੇ ਖੇਤਰਫਲ ਕੱਢ ਲਈਏ। ਪਹਿਲੇ ਵਿੱਚ ਹੁਣ ਅਸੀਂ ਘਨਾਵ ਦਾ ਕੱਢੀਏ ਅਤੇ ਉਹਦਾ ਫਾਰਮੂਲਾ ਹੁੰਦਾ ਵਾ ਸਾਡੇ ਕੋਲ 2 ਬ੍ਰੈਕਟ LB ਜਮਾ BH ਜਮਾ HL। ਸੋ ਸਾਡੇ ਕੋਲ ਆ ਜਾਏਗਾ 2 ਬ੍ਰੈਕਟ 12.5 ਗੁਣਾ 10 ਜਮਾ 10 ਗੁਣਾ 8 ਜਮਾ 8 ਗੁਣਾ 12.5। ਸਭ ਤੋਂ ਪਹਿਲੇ ਅਸੀਂ ਜਿਹੜੀਆਂ ਬ੍ਰੈਕਟ ਵਾਲੀ ਰਕਮ ਹੈ ਉਹਨਾਂ ਨੂੰ ਗੁਣਾ ਕਰਾਂਗੇ। 12.5 ਨੂੰ 10 ਨਾਲ ਜਦੋਂ ਗੁਣਾ ਕਰਾਂਗੇ ਤਾਂ ਸਾਡੇ ਕੋਲ ਆ ਜਾਏਗਾ 125। 10 ਨੂੰ 8 ਨਾਲ ਗੁਣਾ ਕਰਕੇ ਸਾਡੇ ਕੋਲ ਆ ਜਾਏਗਾ 80। 12.5 ਨੂੰ 8 ਨਾਲ ਗੁਣਾ ਕਰਨ 'ਤੇ ਆ ਜਾਏਗਾ ਸਾਡੇ ਕੋਲ 100। ਹੁਣ ਬ੍ਰੈਕਟ ਵਾਲੀ ਸਾਰੀ ਰਕਮਾਂ ਨੂੰ ਜੋੜਾਂਗੇ, ਉਹਨਾਂ ਦਾ ਜੋੜ ਕਰਕੇ ਆ ਜਾਏਗਾ 305। 305 ਨੂੰ ਹੁਣ 2 ਨਾਲ ਗੁਣਾ ਕਰਾਂਗੇ, ਸਾਡੇ ਕੋਲ ਆ ਜਾਏਗਾ 610 ਸੈਂਟੀਮੀਟਰ ਸਕੁਅਰ। ਉਸ ਤੋਂ ਬਾਅਦ ਅਸੀਂ ਘਨਾਕਾਰ ਡੱਬੇ ਦੀ ਕੁੱਲ ਸਤ੍ਹਾ ਦਾ ਖੇਤਰਫਲ ਕੱਢਾਂਗੇ। ਉਹ ਸਾਡੇ ਕੋਲ ਫਾਰਮੂਲਾ ਹੈਗਾ 6a²। 6a² ਯਾਨੀ 6 ਇੰਟੂ ਕਿਨਾਰੇ ਦਾ ਸਕੁਅਰ। ਕਿਨਾਰਾ ਸਾਡੇ ਕੋਲ 10 ਹੈ, ਸੋ 10 ਦਾ ਸਕੁਅਰ ਹੋ ਗਿਆ 100 ਅਤੇ 100 ਨੂੰ 6 ਨਾਲ ਗੁਣਾ ਕਰਨ 'ਤੇ ਸਾਡੇ ਕੋਲ ਆ ਗਿਆ 600। ਇੱਕ ਦਾ ਸਾਡੇ ਕੋਲ 610 ਹੈ ਅਤੇ ਇੱਕ ਦਾ ਸਾਡੇ ਕੋਲ 600 ਹੈ ਅਤੇ ਸਾਫ਼ ਹੈ 600 ਵਾਲਾ ਘੱਟ ਹੈ। ਸੋ ਘਨਾਕਾਰ ਡੱਬੇ ਦੀ ਜਿਹੜੀ ਕੁੱਲ ਸਤ੍ਹਾ ਦਾ ਖੇਤਰਫਲ ਹੈ ਉਹ ਸਾਡੇ ਕੋਲ ਕੀ ਹੈਗਾ ਘੱਟ ਹੈ। ਅਤੇ ਕਿੰਨਾ ਘੱਟ ਹੈ? 600 ਅਤੇ 610 'ਚ ਕਿੰਨੇ ਦਾ ਡਿਫਰੈਂਸ ਹੁੰਦਾ 10 ਦਾ। ਸੋ 10 ਸੈਂਟੀਮੀਟਰ ਸਕੁਅਰ ਘੱਟ ਹੈ। ਚਲੋ ਹੁਣ ਅਸੀਂ ਪੈਸ ਵਾਲੇ ਸਵਾਲ ਵੀ ਡਿਸਕਸ ਕਰ ਲਈਏ। ਪਹਿਲਾ ਸਵਾਲ ਹੈ ਕਿ ਇੱਕ ਘਨਾਵ ਦੀ ਕੁੱਲ ਸਤ੍ਹਾ ਦਾ ਖੇਤਰਫਲ ਪਤਾ ਕਰਨਾ ਹੈ। ਉਸਦੀ ਲੰਬਾਈ ਚੌੜਾਈ ਅਤੇ ਉਚਾਈ ਸਾਨੂੰ ਦਿੱਤੀ ਹੋਈ ਹੈ। ਸਿੰਪਲ ਹੈ, ਅਸੀਂ ਫਾਰਮੂਲੇ ਵਿੱਚ ਲੰਬਾਈ ਚੌੜਾਈ ਉਚਾਈ ਦੇ ਮੁੱਲ ਪਾ ਦਾਂਗੇ। ਪਹਿਲੇ ਫਾਰਮੂਲਾ ਲਿਖਾਂਗੇ 2 ਬ੍ਰੈਕਟ LB ਜਮਾ BH ਜਮਾ HL। ਸੋ ਸਾਡੇ ਕੋਲ ਆ ਜਾਏਗਾ 2 ਬ੍ਰੈਕਟ 80 ਗੁਣਾ 40 ਜਮਾ 40 ਗੁਣਾ 20 ਜਮਾ 20 ਗੁਣਾ 80। ਬੋਰਡ ਮਾਸ ਦੇ ਰੂਲ ਦੇ ਅਕੋਰਡਿੰਗ ਅਸੀਂ ਸਭ ਤੋਂ ਪਹਿਲੇ ਗੁਣਾ ਕਰਾਂਗੇ। 80 ਅਤੇ 40 ਨੂੰ ਗੁਣਾ ਕਰਨ 'ਤੇ ਸਾਡੇ ਕੋਲ ਆ ਜਾਏਗਾ 3200। ਫਿਰ ਸਾਡੇ ਕੋਲ 40 ਅਤੇ 20 ਨੂੰ ਗੁਣਾ ਕਰਨ 'ਤੇ ਆ ਜਾਏਗਾ 800 ਅਤੇ 20 ਅਤੇ 80 ਨੂੰ ਗੁਣਾ ਕਰਨ 'ਤੇ ਆ ਜਾਏਗਾ 1600। ਹੁਣ ਬ੍ਰੈਕਟ ਵਾਲਿਆਂ ਦਾ ਜੋੜ ਕਰਨ 'ਤੇ ਸਾਡੇ ਕੋਲ ਆ ਜਾਏਗਾ 5600। 5600 ਨੂੰ ਅੱਗੋਂ 2 ਨਾਲ ਗੁਣਾ ਕਰਨ 'ਤੇ ਸਾਡੇ ਕੋਲ ਆ ਜਾਏਗਾ 11200। ਸੋ ਸਾਡੇ ਕੋਲ ਜਵਾਬ ਆਇਆ 11200 ਸੈਂਟੀਮੀਟਰ ਸਕੁਅਰ ਅਤੇ ਆਪਸ਼ਨ A ਨਾਲ ਇਹ ਮੈਚ ਕਰਦਾ ਆਨਸਰ। ਸੋ ਸਾਡੇ ਕੋਲ ਆਪਸ਼ਨ A ਕਰੈਕਟ ਹੈ।
ਉਸ ਤੋਂ ਬਾਅਦ ਸੈਕਿੰਡ ਕੁਐਸਚਨ ਹੈ ਘਨ ਦੀ ਕੁੱਲ ਸਤ੍ਹਾ ਦਾ ਖੇਤਰਫਲ ਪਤਾ ਕਰਨਾ ਹੁਣ, ਅਤੇ ਉਸ ਦਾ ਸਾਨੂੰ ਕਿਨਾਰਾ ਦਿੱਤਾ 3 ਸੈਂਟੀਮੀਟਰ, ਅਤੇ ਘਨ ਦੀ ਕੁੱਲ ਸਤ੍ਹਾ ਦਾ ਖੇਤਰਫਲ ਕਿੰਨਾ ਹੁੰਦਾ 6a ਸਕੇਅਰ, ਯਾਨੀ ਕਿ 6 ਗੁਣਾ 3 ਦਾ ਸਕੇਅਰ, ਕਿਉਂਕਿ ਕਿਨਾਰਾ ਸਾਡੇ ਕੋਲ 3 ਦੇ ਬਰਾਬਰ ਹੈ, 3 ਦਾ ਸਕੇਅਰ ਹੋ ਗਿਆ ਸਾਡੇ ਕੋਲ 9, ਅਤੇ 6 ਨਾਲ ਕਿੰਨਾ ਹੁੰਦਾ 54, ਸੋ ਸਾਡੇ ਕੋਲ ਆ ਗਿਆ 54 ਸੈਂਟੀਮੀਟਰ ਸਕੇਅਰ। ਇਹ ਸਾਡੇ ਸੀ ਆਪਸ਼ਨ ਨਾਲ ਮੈਚ ਕਰਦਾ, ਸੋ ਇਸ ਵਿੱਚ ਸਾਡੇ ਕੋਲ ਸੀ ਆਪਸ਼ਨ ਕਰੈਕਟ ਹੈ। ਇਸ ਦੇ ਨਾਲ ਹੀ ਸਾਡੀ ਇਹ ਅਸਾਈਨਮੈਂਟ ਕੰਪਲੀਟ ਹੁੰਦੀ ਹੈ। ਮੈਂ ਉਮੀਦ ਕਰਦੀ ਹਾਂ ਕਿ ਤੁਹਾਨੂੰ ਇਹ ਅਸਾਈਨਮੈਂਟ ਚੰਗੀ ਤਰ੍ਹਾਂ ਸਮਝ ਆਈ ਹੋਵੇਗੀ। ਇੰਨੇ ਧਿਆਨ ਨਾਲ ਸੁਣਨ ਲਈ ਬਹੁਤ ਬਹੁਤ ਸ਼ੁਕਰੀਆ।